ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ। ਦੋਸਤੋ, ਸਾਨੂੰ ਉਮੀਦ ਹੈ ਕਿ ਤੁਸੀਂ ਪਰਮੇਸ਼ਵਰ ਦੀ ਕਿਰਪਾ ਦੇ ਇਸ ਦਿਲਚਸਪ ਅਧਿਐਨ ਦਾ ਆਨੰਦ ਮਾਣ ਰਹੇ ਹੋਵੋਗੇ। ਅਸੀਂ ਪਰਮੇਸ਼ਵਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਡੇ ਉੱਤੇ ਕਿਰਪਾ ਕੀਤੀ ਹੈ ਤੇ ਸਾਨੂੰ ਤੁਹਾਡੇ ਨਾਲ ਰੂਬਰੂ ਹੋਣ ਦਾ ਇੱਕ ਹੋਰ ਮੌਕਾ ਬਖਸ਼ ਦਿੱਤਾ। ਪਰਮੇਸ਼ਵਰ ਦੀ ਕਿਰਪਾ ਸੱਚਮੁੱਚ ਬਹੁਤ ਹੀ ਅਦਭੁਤ ਹੈ। ਇਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ, ਪਰ ਜਿਸ ਦੇ ਉੱਤੇ ਵੀ ਪਰਮੇਸ਼ਵਰ ਦੀ ਕਿਰਪਾ ਹੁੰਦੀ ਹੈ ਉਹ ਵਿਅਕਤੀ ਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦਿੰਦੀ ਹੈ। ਅੱਜ ਅਸੀਂ ਪਰਮੇਸ਼ਵਰ ਦੀ ਕਿਰਪਾ ਬਾਰੇ ਰੋਮੀਆਂ ਦੀ ਪੱਤਰੀ ਉਹਦੇ ਪਹਿਲੇ ਅਧਿਆਇ ਦੀ 1 ਆਇਤ ਤੋਂ ਲੈ ਕੇ 11 ਆਇਤ ਦੇ ਵਚਨਾਂ ਵਿੱਚੋਂ ਵੇਖਾਂਗੇ। ਅੱਜ ਦੇ ਅਧਿਐਨ ਦੇ ਵਿੱਚ ਅਸੀਂ ਪਰਮੇਸ਼ਵਰ ਦੁਆਰਾ ਕੀਤੇ ਗਏ ਕਿਰਪਾ ਦੇ ਦਿਲਚਸਪ ਇੰਤਜ਼ਾਮ ਬਾਰੇ ਗੌਰ ਕਰਾਂਗੇ। ਕੀ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਲਈ ਤਿਆਰ ਹੋ? ਤੇ ਆਓ ਫਿਰ ਇਸ ਭਜਨ ਦੁਆਰਾ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਸਿੱਖਣ ਦੇ ਲਈ ਤਿਆਰ ਕਰੀਏ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। एक नूर दे बंदे सारे इको ही पिता हमारा, एक नूर दे बंदे सारे इको ही पिता हमारा। एक नूर नाल पैदा कीता रब ने ये जग सारा, एक नूर नाल पैदा कीता रब ने ये जग सारा। एवें जातां पातां दे विच वंडे हां, कोई जाने ना जाने। एवें जातां पातां दे विच वंडे हां, कोई जाने ना जाने। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਅਸੀਂ ਕਮਲੇ ਰਮਲੇ, ਭਾਵੇਂ ਅਸੀਂ ਸਦਾਈ। ਭਾਵੇਂ ਅਸੀਂ ਕਮਲੇ ਰਮਲੇ, ਭਾਵੇਂ ਅਸੀਂ ਸਦਾਈ। ਰੱਬ ਦਿਲਾਂ ਦੀਆਂ ਜਾਣੇ ਮਿਲਦੀ ਸੱਚੇ ਨੂੰ ਵਡਿਆਈ, ਰੱਬ ਦਿਲਾਂ ਦੀਆਂ ਜਾਣੇ ਮਿਲਦੀ ਸੱਚੇ ਨੂੰ ਵਡਿਆਈ। ਰਾਜੀ ਕਰਦਾ ਉਹ ਕੋੜੀ ਤੇ ਲੰਘਿਆ, ਕੋਈ ਜਾਣੇ ਨਾ ਜਾਣੇ। ਰਾਜੀ ਕਰਦਾ ਉਹ ਕੋੜੀ ਤੇ ਲੰਘਿਆ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਰੱਬ ਸਭਨਾਂ ਦਾ ਸਾਂਝਾ ਏ ਤੇ ਕਈ ਬਣੀਆਂ ਨੇ ਜਾਤਾਂ, ਰੱਬ ਸਭਨਾਂ ਦਾ ਸਾਂਝਾ ਏ ਤੇ ਕਈ ਬਣੀਆਂ ਨੇ ਜਾਤਾਂ। ਆਓ ਸਾਰੇ ਰਲ ਮਿਲ ਕਰੀਏ ਯਿਸੂ ਮਸੀਹ ਦੀਆਂ ਬਾਤਾਂ, ਆਓ ਸਾਰੇ ਰਲ ਮਿਲ ਕਰੀਏ ਯਿਸੂ ਮਸੀਹ ਦੀਆਂ ਬਾਤਾਂ। ਇੱਕੋ ਹੀ ਆਤਮਾ ਤੇ ਇੱਕੋ ਜਿਹੇ ਬੰਦੇ ਹਾਂ, ਕੋਈ ਜਾਣੇ ਨਾ ਜਾਣੇ। ਇੱਕੋ ਹੀ ਆਤਮਾ ਤੇ ਇੱਕੋ ਜਿਹੇ ਬੰਦੇ ਹਾਂ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ।
ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ ਕੋਈ ਜਾਣੇ ਨਾ ਜਾਣੇ ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ ਕੋਈ ਜਾਣੇ ਨਾ ਜਾਣੇ ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ ਕੋਈ ਜਾਣੇ ਨਾ ਜਾਣੇ ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ ਕੋਈ ਜਾਣੇ ਨਾ ਜਾਣੇ ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ ਕੋਈ ਜਾਣੇ ਨਾ ਜਾਣੇ। ਸਾਡਾ ਸਭ ਤੋਂ ਵੱਡਾ ਵੈਰੀ ਸਚਾਈ ਨਾਲ ਸਾਡੀ ਮਿੱਤਰਤਾ ਹੈ ਅਤੇ ਪਰਮੇਸ਼ਰ ਸਾਨੂੰ ਪ੍ਰਦਾਨ ਕੀਤੇ ਮੌਕੇ ਦੇ ਆਧਾਰ ਉੱਤੇ ਸਾਡਾ ਨਿਆਂ ਕਰੇਗਾ ਅਤੇ ਉਹ ਸਾਡਾ ਨਿਆਂ ਸਾਡੀ ਨੈਤਿਕਤਾ ਦੇ ਆਧਾਰ ਉੱਤੇ ਕਰੇਗਾ। ਆਓ ਅਸੀਂ ਕਦੇ ਵੀ ਇਹ ਨਾ ਸੋਚੀਏ ਕਿ ਕਿਉਂਕਿ ਸਾਡੇ ਕੋਲ ਬਾਈਬਲ ਹੈ ਇਸ ਕਰਕੇ ਇਹ ਸਾਡਾ ਭਲਾ ਕਰਨ ਜਾ ਰਹੀ ਹੈ। ਜੇਕਰ ਬਾਈਬਲ ਕੋਲ ਅਸੀਂ ਨਹੀਂ ਹਾਂ, ਜੇਕਰ ਅਸੀਂ ਵਚਨ ਵਿੱਚ ਹਾਂ ਅਤੇ ਵਚਨ ਸਾਡੇ ਅੰਦਰ ਨਹੀਂ ਹੈ, ਤਦ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਤੋਂ ਬਾਅਦ ਪੰਜਵਾਂ ਨਿਯਮ ਰੋਮੀਓ ਦੀ ਪੱਤਰੀ 2 ਅਧਿਆਏ 11 ਵਚਨ 15 ਵਚਨ ਐਤਾਂ ਵਿੱਚ ਸਾਨੂੰ ਮਿਲਦਾ ਹੈ। ਨਿਆਂ ਪਰਫੈਕਟਤਾ ਦੇ ਅਨੁਸਾਰ ਮੈਨੂੰ ਇਹ ਬਹੁਤ ਪਸੰਦ ਹੈ ਕਿਉਂਕਿ ਇਹ ਇੱਕ ਇਹੋ ਜਿਹੀ ਚੀਜ਼ ਹੈ ਜੋ ਸਾਡੇ ਦਿਮਾਗ ਵਿੱਚ ਬਹੁਤ ਜ਼ਿਆਦਾ ਘੁੰਮਦੀ ਫਿਰਦੀ ਹੈ। ਰੋਮੀਓ 2 ਅਧਿਆਏ 11 ਤੋਂ ਲੈ ਕੇ 15 ਐਤਾਂ ਦੇ ਵਚਨ ਬਸ ਸਾਨੂੰ ਇਹ ਦੱਸਦੇ ਹਨ ਅਤੇ ਮੈਂ ਇਸ ਦੇ ਪਹਿਲੇ ਵਾਕ ਨੂੰ ਪੜ੍ਹਨ ਜਾ ਰਿਹਾ ਹਾਂ। ਰੋਮੀਓ ਦੀ ਪੱਤਰੀ 2 ਅਧਿਆਏ 11 ਤੋਂ 15 ਕਿਉਂਕਿ ਪਰਮੇਸ਼ਰ ਦੇ ਹਜ਼ੂਰ ਕਿਸੇ ਦਾ ਪੱਖਪਾਤ ਨਹੀਂ ਹੁੰਦਾ। ਇਹ ਤਾਂ ਇੱਕ ਅਦਭੁਤ ਸਚਾਈ ਹੀ ਹੈ। ਜਦੋਂ ਪਰਮੇਸ਼ਰ ਸਾਨੂੰ ਤੱਕਦਾ ਹੈ, ਜਦੋਂ ਉਹ ਸਾਡਾ ਨਿਆਂ ਕਰਦਾ ਹੈ, ਜਦੋਂ ਉਹ ਸਾਡੇ ਨਜ਼ਰ ਮਾਰਦਾ ਹੈ, ਮੇਰੇ ਦੋਸਤੋ ਮੇਰੀ ਗੱਲ ਸੁਣੋ, ਪਰਮੇਸ਼ਰ ਕੋਈ ਪੱਖਪਾਤ ਨਹੀਂ ਲੈਂਦਾ। ਉਹ ਇਹ ਕੰਮ ਬਿਲਕੁਲ ਨਹੀਂ ਕਰਦਾ। ਪਰਮੇਸ਼ਰ ਦੇ ਹਜ਼ੂਰ ਕੋਈ ਪੱਖਪਾਤ ਨਹੀਂ ਹੈ। ਮੈਂ ਪਰਮੇਸ਼ਰ ਦਾ ਪ੍ਰੇਮ ਪ੍ਰਾਪਤ ਨਹੀਂ ਹਾਂ। ਆਪ ਪਰਮੇਸ਼ਰ ਦੇ ਪ੍ਰੇਮ ਪ੍ਰਾਪਤ ਨਹੀਂ ਹੋ। ਉਹ ਸਾਡਾ ਕਿਸੇ ਦਾ ਵੀ ਪੱਖਪਾਤ ਨਹੀਂ ਕਰਦਾ। ਪਰਮੇਸ਼ਰ ਕੋਲ ਕੋਈ ਵੀ ਲਾਡਲਾ ਨਹੀਂ ਹਨ। ਉਸ ਕੋਲ ਕੋਈ ਇਹੋ ਜਿਹਾ ਮਨੁੱਖ ਨਹੀਂ ਜੋ ਉਸ ਲਈ ਨੇਕ ਦਿਸ਼ਾ ਵੱਲ ਹੋਣ। ਆਪ ਜਾਣਦੇ ਹੋ ਕਿ ਅੱਜ ਸਾਡੇ ਜਗਤ ਵਿੱਚ ਇਹ ਸਭ ਹੈ ਕਿ ਇਹ ਨਹੀਂ ਹੈ। ਸਾਡੇ ਪਰਿਵਾਰਾਂ ਵਿੱਚ ਮੈਂ ਕਈ ਵਾਰ ਇਹ ਸੋਚਦਾ ਹਾਂ ਕਿ ਜਦੋਂ ਮੇਰੇ ਬੱਚੇ ਵੱਡੇ ਹੋ ਰਹੇ ਹਨ ਤਦ ਕਿਵੇਂ ਉਹਨਾਂ ਨੇ ਮੇਰੇ ਅਧਿਐਨ ਕੀਤਾ ਸੀ ਕਿ ਆਪ ਦੇ ਬੱਚਿਆਂ ਨੇ ਇਸ ਤਰ੍ਹਾਂ ਕੀਤਾ ਹੈ। ਉਹਨਾਂ ਨੇ ਮੈਨੂੰ ਜਾਣਿਆ ਔਰ ਉਹਨਾਂ ਨੇ ਮੈਨੂੰ ਸਿੱਖਿਆ। ਉਹਨਾਂ ਨੇ ਮੈਨੂੰ ਜਾਣਿਆ ਸੀ। ਉਹਨਾਂ ਨੇ ਜਾਣਿਆ ਸੀ ਕਿ ਜਦੋਂ ਉਹ ਮੇਥੋਂ ਚੀਜ਼ਾਂ ਮੰਗ ਸਕਦੇ ਅਤੇ ਕਦੋਂ ਨਹੀਂ। ਉਹ ਉਸ ਮੌਕੇ ਦੇ ਆਉਣ ਬਾਰੇ ਜਾਣਦੇ ਹਨ ਜਦੋਂ ਉਹ ਮੈਨੂੰ ਦੱਸ ਸਕਦੇ ਹਨ ਅਤੇ ਅਕਸਰ ਆਉਂਦੇ ਅਤੇ ਮੈਨੂੰ ਕੁਝ ਦੱਸਦੇ ਹਨ ਜੋ ਮੈਂ ਨਹੀਂ ਜਾਣਦਾ ਹੁੰਦਾ, ਜਿਸ ਬਾਰੇ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੇ ਹਨ ਅਤੇ ਜਿਸ ਬਾਰੇ ਉਹ ਚਾਹੁੰਦੇ ਹਨ ਕਿ ਮੈਂ ਜਾਵਾਂ। ਉਹ ਇਸ ਦਾ ਇੰਤਜ਼ਾਰ ਕਰਦੇ ਹਨ ਜਦੋਂ ਮੈਂ ਇੱਕ ਦਿਆਲੂ ਮਿਜਾਜ ਰੱਖਦਾ ਹੋਵਾਂ ਅਤੇ ਫਿਰ ਉਹ ਆ ਕੇ ਉਹ ਸਭ ਕੁਝ ਮੈਨੂੰ ਦੱਸਣਗੇ ਅਤੇ ਕਿ ਆਪ ਜਾਣਦੇ ਹੋ ਕਿ ਮੈਂ ਕੀ ਸਿੱਖਿਆ। ਉਹਨਾਂ ਨੇ ਆਪਣੇ ਬੱਚਿਆਂ ਨੂੰ ਠੀਕ ਉਹੀ ਅਸਲੀਅਤ ਸਿਖਾਈਆਂ ਹਨ ਅਤੇ ਉਹਨਾਂ ਬੱਚਿਆਂ ਨੇ ਇਸ ਨੂੰ ਬਹੁਤ ਛੋਟੀ ਉਮਰ ਵਿੱਚ ਹੀ ਸਿੱਖ ਲਿਆ। ਇਹ ਯਾਦ ਦਿਲਾਇਆ ਗਿਆ ਹੈ ਕਿ ਪਰਮੇਸ਼ਰ ਪੱਖਪਾਤੀ ਨਹੀਂ ਹੈ। ਗੌਰ ਕਰੋ ਕਿ ਬਾਈਬਲ ਪਰਮੇਸ਼ਰ ਦੀ ਨਿਰਪੱਖਤਾ ਬਾਰੇ ਕੀ ਆਖਦੀ ਹੈ। ਬਵਿਸਤਾ ਅਨੁਸਾਰ 10 ਅਧਿਆਇ 17 ਵਚਨ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ, ਕਿਸੇ ਤੋਂ ਵੱਡੀ ਨਹੀਂ ਲੈਂਦਾ। ਰਸੂਲਾਂ ਦੇ ਕਰਤੱਵ 10 ਅਧਿਆਇ 34 ਦੇ ਵਚਨ ਤੱਕ ਅਸੀਂ ਪੜ੍ਹਦੇ ਹਾਂ। ਪਤਰਸ ਨੇ ਮੂੰਹ ਖੋਲ ਕੇ ਆਖਿਆ, ਮੈਂ ਸੱਚਮੁੱਚ ਜਾਣ ਲਿਆ ਹੈ ਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ। ਕੁਲਸੀਆ 3 ਅਧਿਆਇ 25 ਬਾਣੀ ਵੀ ਇਹ ਦੱਸਦੀ ਹੈ, ਕਿਉਂਕਿ ਜਿਹੜਾ ਘਿਨੌ ਕਰਦਾ ਹੈ ਉਹਨੂੰ ਉਸ ਨਿਉ ਦਾ ਬੱਟਾ ਮਿਲੇਗਾ ਅਤੇ ਪੱਖਪਾਤ ਹੁੰਦਾ ਹੀ ਨਹੀਂ। ਪਹਿਲੇ ਪਤਰਸ ਦੀ ਪੱਤਰੀ ਪਹਿਲਾ ਅਧਿਆਇ 1 ਤੋਂ ਲੈ ਕੇ 7 ਵਚਨ ਹਨ। ਜੇ ਤੁਸੀਂ ਪਿਤਾ ਕਰਕੇ ਦੁਹਾਈ ਦਿੰਦੇ ਹੋ ਜਿਹੜਾ ਹਰੇਕ ਦੇ ਕੰਮ ਦੇ ਅਨੁਸਾਰ ਨਿਆਂ ਕਰੇਗਾ, ਕਿਉਂਕਿ ਉਹ ਪੱਖਪਾਤ ਨਹੀਂ ਕਰਦਾ, ਆਪਣੀ ਮੁਸਾਫਰੀ ਦਾ ਸਮਾਂ ਭੈ ਨਾਲ ਬਤੀਤ ਕਰੋ। ਭਲੂ ਸਾਨੂੰ ਅਤੇ ਸਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਇਹ ਯਾਦ ਦਿਲਾਉਣ ਦਾ ਚਾਹੁੰਦਾ ਹੈ ਜੋ ਸਾਰੇ ਇਸ ਧਾਰਮਿਕ ਇਕਰਾਰ ਦੇ ਅਨੁਸਾਰ ਇਸ ਵਿਚਾਰ ਦੁਆਰਾ ਜਕੜੇ ਰਹਿਣ, ਤਾਂ ਜੋ ਫਿਰ ਸੋਚਣਾ ਚਾਹੁੰਦੇ ਹਨ ਕਿ ਅਸੀਂ ਦੂਸਰਿਆਂ ਨਾਲੋਂ ਬਿਹਤਰ ਹਾਂ ਅਤੇ ਇਹ ਕਿ ਅਸੀਂ ਔਸਤ ਨਾਲੋਂ ਬਿਹਤਰ ਹਾਂ ਜੋ ਆਪਣੇ ਬਾਹਰੀਪਨ ਦੇ ਪਰਦੇ ਦੇ ਹੇਠਾਂ ਹੀ ਵੱਸਦੇ ਹਾਂ। ਪਰਮੇਸ਼ਰ ਸਾਨੂੰ ਜਾਣਦਾ ਹੈ ਜਿਸ ਤਰ੍ਹਾਂ ਦੇ ਅਸੀਂ ਹਾਂ, ਠੀਕ ਉਸੇ ਤਰ੍ਹਾਂ ਹੀ ਉਹ ਸਾਨੂੰ ਤੱਕਦਾ ਹੈ। ਅਸੀਂ ਪਰਮੇਸ਼ਰ ਦੇ ਹਜ਼ੂਰ ਹੋਰ ਕਿਸੇ ਨਾਲੋਂ ਬਿਹਤਰ ਨਹੀਂ ਹਾਂ। ਇਹ ਤਾਂ ਇੱਕੋ ਹੀ ਡੱਬੇ ਵਿੱਚ ਬੰਦ ਅੱਛੀ ਖਬਰ ਹੈ ਅਤੇ ਬੁਰੀ ਖਬਰ ਹੈ ਕਿ ਇਹ ਨਹੀਂ ਹੈ ਅਤੇ ਇਸ ਨੂੰ ਸਮਝਣਾ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ। ਅੰਤ ਵਿੱਚ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਇਹ ਜਾਣੀਏ ਉਹ ਸਾਡਾ ਨਿਆਂ ਨਿਸ਼ਚਿੰਤਤਾ ਦੇ ਅਨੁਸਾਰ ਕਰਦਾ ਹੈ। ਰੋਮੀਓ 2 ਅਧਿਆਇ 16 ਦੇ ਵਚਨ ਬਾਰੇ ਗੌਰ ਕਰੋ। ਉਸ ਦਿਨ ਵਿੱਚ ਜਦੋਂ ਪਰਮੇਸ਼ਰ ਮੇਰੀ ਖੁਸ਼ਖਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ
ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ। ਮੇਰੇ ਕੋਲ ਇਸ ਬਾਰੇ ਆਖਣ ਨੂੰ ਕੁਝ ਵੀ ਨਹੀਂ ਹੈ। ਪਰਮੇਸ਼ਰ ਸਾਨੂੰ ਸਿਰਫ ਬਾਹਰੀ ਤੌਰ ਹੀ ਨਾਲ ਨਹੀਂ ਜਾਣਦਾ, ਉਹ ਤਾਂ ਸਾਡੇ ਦਿਲਾਂ ਦੇ ਭੇਤਾਂ ਦੇ ਅੰਦਰ ਤੱਕਦਾ ਹੈ। ਕੁਝ ਗੱਲਾਂ ਹਨ ਜੋ ਅਸੀਂ ਆਪਣੇ ਆਪ ਬਾਰੇ ਜਾਣਦੇ ਹਾਂ, ਜੋ ਅਸੀਂ ਆਪਣੀਆਂ ਕਬਰਾਂ ਤੱਕ ਆਪਣੇ ਨਾਲ ਲੈ ਜਾਵਾਂਗੇ। ਸਾਡੀ ਪਤਨੀ ਉਹਨਾਂ ਨੂੰ ਨਹੀਂ ਲੈ ਜਾਵੇਗੀ, ਸਾਡੀ ਪਤੀ ਉਹਨਾਂ ਨੂੰ ਨਹੀਂ ਲੈ ਜਾਵੇਗਾ, ਸਾਡੇ ਬੱਚੇ ਉਹਨੂੰ ਨਹੀਂ ਲੈ ਜਾਣਗੇ। ਮੈਂ ਤਾਂ ਨਹੀਂ ਜਾਣਦਾ ਕਿ ਇਹ ਕੀ ਹੋ ਸਕਦਾ ਹੈ, ਪਰ ਇਹ ਤਾਂ ਸਾਡੇ ਵਿੱਚ ਹਰੇਕ ਦੇ ਬਾਰੇ ਸੱਚ ਹੀ ਹੈ। ਕੁਝ ਇਹੋ ਜਿਹੀਆਂ ਗੁਪਤ ਗੱਲਾਂ ਹਨ ਜੋ ਸਾਡੇ ਜੀਵਨ ਵਿੱਚ ਹਨ ਅਤੇ ਅਸੀਂ ਆਪਣੀਆਂ ਕਬਰਾਂ ਤੱਕ ਉਹਨਾਂ ਨੂੰ ਆਪਣੇ ਨਾਲ ਹੀ ਲੈ ਜਾਵਾਂਗੇ। ਪਰਮੇਸ਼ਰ ਉਹਨਾਂ ਵਿੱਚ ਹਰੇਕ ਨੂੰ ਜਾਣਦਾ ਹੈ, ਉਹ ਉਹਨਾਂ ਸਭਨਾਂ ਗੱਲਾਂ ਨੂੰ ਜਾਣਦਾ ਹੈ। ਪਰਮੇਸ਼ਰ ਦੇ ਸਨਮੁਖ ਕੁਝ ਵੀ ਗੁਪਤ ਨਹੀਂ ਹੈ, ਉਹ ਸਾਡੇ ਦਿਲ ਨੂੰ ਇੱਕ ਖੁੱਲੀ ਕਿਤਾਬ ਦੀ ਤਰ੍ਹਾਂ ਜਾਣਦਾ ਹੈ। ਇਸ ਕਰਕੇ ਜਦੋਂ ਵੀ ਆਪ ਪਰਮੇਸ਼ਰ ਦੇ ਸਨਮੁਖ ਖੜੇ ਹੋਣ ਦੀ ਗੱਲ ਬਾਰੇ ਸੋਚਦੇ ਹੋ ਤਦ ਇਸ ਨੂੰ ਯਾਦ ਰੱਖੀਏ, ਪਰਮੇਸ਼ਰ ਸਾਡਾ ਨਿਆਂ ਅਸਲੀਅਤ, ਦਿਆਨਦਾਰੀ, ਅਵਸਰ, ਨੈਤਿਕਤਾ, ਨਿਰਪੱਖਤਾ ਅਤੇ ਨਿਸ਼ਚਿੰਤਤਾ ਦੇ ਅਨੁਸਾਰ ਕਰਦਾ ਹੈ। ਪਰਮੇਸ਼ਰ ਨੂੰ ਇਸ ਬਾਰੇ ਧੋਖਾ ਦੇਣ ਦੀ ਕੋਈ ਤੁਕ ਨਹੀਂ ਬਣਦੀ ਕਿ ਅਸੀਂ ਕੌਣ ਹਾਂ। ਜਦੋਂ ਮੈਂ ਅਜੇ ਛੋਟਾ ਹੀ ਸੀ ਤਦ ਹਾਈ ਸਕੂਲ ਵਿੱਚ ਮੈਨੂੰ ਇੱਕ ਕਹਾਣੀ ਪੜ੍ਹਨੀ ਪਈ ਜਿਸ ਦਾ ਲੇਖਕ ਕ੍ਰਿਸਚਨ ਐਂਡਰਸਨ ਸੀ। ਇਹ ਇੱਕ ਬਹੁਤ ਹੀ ਦਿਲਚਸਪ ਕਹਾਣੀ ਸੀ, ਸੋ ਇਸ ਦੇ ਪੂਰਬ ਨੂੰ ਉਦੋਂ ਇਸ ਤਰ੍ਹਾਂ ਨਹੀਂ ਸੀ ਸਮਝਿਆ ਜਾ ਜਿੰਨਾ ਕਿ ਮੈਂ ਹੁਣ ਸਮਝਦਾ ਹਾਂ। ਆਪ ਵਿੱਚ ਕਈ ਇਸ ਨੂੰ ਜਾਣਦੇ ਹਨ। ਇਸ ਦਾ ਨਾਮ ਨਿਊ ਕਲੋਥ ਪਾਵੇਂ ਰਾਜੇ ਦੀ ਨਵੀਂ ਪੁਸ਼ਾਕ। ਕੀ ਆਪ ਨੂੰ ਇਹ ਕਹਾਣੀ ਯਾਦ ਹੈ? ਜੀ ਹਾਂ, ਉਹਨਾਂ ਲਈ ਜੋ ਇਸ ਨੂੰ ਭੁੱਲ ਚੁੱਕੇ ਹਨ। ਅੱਜ ਦੇ ਇਸ ਪ੍ਰੋਗਰਾਮ ਨੂੰ ਸਮਾਪਤ ਕਰਨ ਤੋਂ ਪਹਿਲਾਂ ਮੈਂ ਆਪ ਨੂੰ ਇਹ ਯਾਦ ਕਰਾ ਦੇਵਾਂ, ਇਹ ਬਹੁਤ ਹੀ ਸੋਹਣੀ ਕਹਾਣੀ ਹੈ ਅਤੇ ਇਸ ਦੀ ਮੁੱਖ ਗੱਲ ਬਹੁਤ ਹੀ ਦਿਲਚਸਪ ਹੈ। ਇੱਕ ਰਾਜਾ ਆਪਣੇ ਬਾਹਰੀ ਰੂਪ ਦਾ ਬਹੁਤ ਹੀ ਸ਼ੌਕੀਨ ਸੀ। ਉਹ ਇਸ ਗੱਲ ਦਾ ਬਹੁਤ ਧਿਆਨ ਰੱਖਦਾ ਸੀ ਕਿ ਲੋਕਾਂ ਵਿੱਚ ਉਹ ਕਿਸ ਤਰ੍ਹਾਂ ਚੱਲੇ ਫਿਰੇ, ਕਿਸ ਤਰ੍ਹਾਂ ਰਹੇ। ਉਹ ਆਪਣੀ ਪੁਸ਼ਾਕ ਦਾ ਖਾਸ ਬਿਆਨ ਕਰਦਾ ਸੀ। ਜਦੋਂ ਕੁਝ ਬੁੱਧੀਮਾਨ ਦਰਸ਼ਨਿਕਾ, ਜੋ ਕਿ ਅਸਲ ਵਿੱਚ ਵਿਰੋਧੀ ਦਲੀਲ ਵਾਲੇ ਮਨੁੱਖ ਹਨ, ਉਹਨਾਂ ਨੇ ਉਸ ਅੱਗੇ ਅਸਧਾਰਨ ਅਤੇ ਬਹੁਮੁੱਲੀ ਪੁਸ਼ਾਕ ਦੀ ਪੇਸ਼ਕਸ਼ ਕੀਤੀ ਤਦ ਉਹ ਬਹੁਤ ਪ੍ਰਭਾਵਿਤ ਹੋਇਆ ਸੀ। ਉਸ ਨੇ ਖਾਸ ਤੌਰ ਤੇ ਉਹਨਾਂ ਦਾ ਇਹ ਬਹੁਤ ਪਸੰਦ ਕੀਤਾ ਕਿ ਉਹ ਪੁਸ਼ਾਕ ਦਿਲ ਦੇ ਸ਼ੁੱਧ ਅਤੇ ਬੁੱਧੀਮਾਨ ਮਨੁੱਖ ਤੋਂ ਇਲਾਵਾ ਹੋਰ ਸਭਨਾਂ ਲਈ ਨਾ ਵੇਖੇ ਜਾਣ ਦੇ ਯੋਗ ਹੋਵੇਗੀ। ਇਸ ਸੱਚਾਈ ਨੂੰ ਯਾਦ ਰੱਖਾਂਗੇ। ਉਹ ਬਹੁਤ ਹੀ ਖਾਸ ਰਾਜੇ ਨੇ ਉਸ ਵੱਡੀ ਕੀਮਤੀ ਨਵੀਂ ਪੁਸ਼ਾਕ ਦਾ ਆਰਡਰ ਦੇ ਦਿੱਤਾ ਅਤੇ ਉਹ ਵਿਰੋਧੀ ਦਲੀਲ ਰੱਖਣ ਵਾਲੇ ਮਨੁੱਖੀ ਖਾਲੀ ਖੱਡੀਆਂ ਦੇ ਸਾਹਮਣੇ ਬੈਠ ਗਏ ਅਤੇ ਬੁਣ ਦਾ ਬਿਆਨ ਕਰਨ ਲੱਗੇ। ਜਲਦੀ ਹੀ ਉਸ ਰਾਜੇ ਦੀ ਉਸ ਨਵੀਂ ਪੁਸ਼ਾਕ ਦੀ ਚਾਹਤ ਇੰਨੀ ਵੱਧ ਗਈ ਕਿ ਉਸ ਨੇ ਆਪਣੇ ਮੁੱਖ ਮੰਤਰੀ ਨੂੰ ਭੇਜਿਆ ਕਿ ਵੇਖੋ ਪੁਸ਼ਾਕ ਦਾ ਕੰਮ ਕੀਤਾ ਗਿਆ ਹੈ ਜਾਂ ਨਹੀਂ। ਇਹ ਵੇਖ ਕੇ ਖੱਡੀਆਂ ਉੱਤੇ ਕਈ ਕੱਪੜੇ ਹੀ ਨਹੀਂ ਸੀ ਨਜ਼ਰ ਆ ਰਹੇ, ਪਰ ਨਹੀਂ ਸੀ ਚਾਹੁੰਦੇ ਕਿ ਉਸ ਨੂੰ ਦਿਲ ਦਾ ਅਸ਼ੁੱਧ ਅਤੇ ਨਿਰਬੁੱਧ ਸਮਝਿਆ ਜਾਵੇ ਅਤੇ ਉਸ ਨੇ ਰਾਜੇ ਕੋਲ ਵਾਪਸ ਜਾ ਕੇ ਉਸ ਕੱਪੜੇ ਬਾਰੇ ਮਿਸਾਲ ਸੁੰਦਰਤਾ ਦਾ ਰਿਪੋਰਟ ਪੇਸ਼ ਕੀਤੀ। ਕੁਝ ਸਮਾਂ ਬਾਅਦ ਉਸ ਕੱਪੜੇ ਨੂੰ ਬੁਣ ਵਾਲਿਆਂ ਨੇ ਹੋਰ ਜ਼ਿਆਦਾ ਪੈਸਾ ਮੰਗਿਆ। ਉਹ ਰਾਜਾ ਫਿਰ ਬਹੁਤ ਕਾਹਲਾ ਪੈ ਗਿਆ ਅਤੇ ਫਿਰ ਦੂਸਰੇ ਮੰਤਰੀ ਨੂੰ ਭੇਜਿਆ ਜਿਸ ਨੇ ਵਾਪਸ ਆ ਕੇ ਹੋਰ ਵੀ ਜ਼ਿਆਦਾ ਜੋਸ਼ੀਲੀ ਰਿਪੋਰਟ ਪੇਸ਼ ਕੀਤੀ। ਫਿਰ ਇਸ ਤੋਂ ਬਾਅਦ ਰਾਜਾ ਖੁਦ ਗਿਆ, ਭਾਵੇਂ ਉਸ ਨੇ ਵੀ ਵੇਖਿਆ ਪਰ ਉਹ ਵੀ ਮੂਰਖ ਨਹੀਂ ਸੀ ਬਣਨਾ ਚਾਹੁੰਦਾ। ਉਸ ਨੇ ਵੀ ਆਖਿਆ ਕੱਪੜਾ ਬਹੁਤ ਵਧੀਆ ਅਤੇ ਖੂਬਸੂਰਤ ਸੀ। ਉਸ ਨੇ ਤਾਂ ਬਣਾਉਣ ਵਾਲੇ ਨੂੰ ਇਹ ਦੱਸਿਆ ਕਿ ਭੇਟ ਕੀਤੀ। ਆਖਰਕਾਰ ਉਸ ਮਹਾਨ ਪਰੇਡ ਲਈ ਨਿਯੁਕਤ ਕੀਤਾ ਗਿਆ ਦਿਨ ਆ ਹੀ ਗਿਆ ਤਦ ਉਹਨਾਂ ਵਿਰੋਧੀ ਦਲੀਲ ਵਾਲੇ ਮਨੁੱਖਾਂ ਨੇ ਰਾਜੇ ਨੂੰ ਨੰਗਿਆ ਹੀ ਉਹ ਬਸਤਰ ਪਹਿਨਾਇਆ ਅਤੇ ਸ਼ਹਿਰ ਵਿੱਚ ਛੁਪ ਕੇ ਭੱਜ ਗਿਆ। ਜਦੋਂ ਉਹ ਰਾਜਾ ਆਪਣੇ ਲੋਕਾਂ ਦੇ ਸਾਹਮਣੇ ਉਸ ਉਭਾਵਿਕ ਪੇਸ ਵਿੱਚ ਚੱਲ ਰਿਹਾ ਸੀ ਤਦ ਸਾਰੀ ਜਨਤਾ ਮਿਲ ਕੇ ਉਸ ਦੀ ਸੁੰਦਰ ਨਈ ਪੁਸ਼ਾਕ ਦੀ ਤਾਰੀਫ ਕਰ ਰਹੀ ਸੀ ਤਾਂ ਕਿ ਉਹਨਾਂ ਨੂੰ ਮੂਰਖ ਅਤੇ ਧੋਖੇਬਾਜ਼ ਨਾ ਸੋਚਿਆ ਜਾਵੇ। ਇਸ ਤਰ੍ਹਾਂ ਇਹ ਹੋਣਾ ਹੀ ਪਰੇਡ ਜਾਰੀ ਰਹੀ ਜਦੋਂ ਤੱਕ ਕਿ ਇਸ ਸ਼ਾਂਤ ਪਲ ਦੌਰਾਨ ਇੱਕ ਬੱਚੇ ਨੂੰ ਆਖਦਿਆਂ ਨਹੀਂ ਸੀ ਆਖਿਆ ਗਿਆ ਰਾਜਾ ਤਾਂ ਨੰਗਾ ਹੈ। ਇੱਕਦਮ ਹਰੇਕ ਨੇ ਰਾਜੇ ਸਾਹਮਣੇ ਸੱਚਾਈ ਨੂੰ ਜਾਣ ਲਿਆ ਸੀ। ਇੱਕ ਮਾਸੂਮ ਪਰ ਇਮਾਨਦਾਰ ਗੱਲ ਜੋ ਇੱਕ ਛੋਟੇ ਬੱਚੇ ਦੇ ਦੁਆਰਾ ਆਖੀ ਗਈ ਸੀ, ਜੋ ਆਪ ਮੂੰਹ ਬੰਦ ਰੱਖ ਲਵੇ, ਜ਼ਿਆਦਾ ਨਹੀਂ ਸੀ ਜਾਣਦਾ। ਉਸਨੇ ਸਮੁੱਚੀ ਕੌਮ ਪਖੰਡੀ ਬਹਾਨੇ ਨੂੰ ਉਜਾਗਰ ਕਰ ਦਿੱਤਾ ਸੀ ਅਤੇ ਜੋ ਉਹ ਅਸਲ ਧੋਖਾ ਸੀ ਉਸ ਨੂੰ ਬੇਪਰਦਾ ਕਰ ਦਿੱਤਾ ਸੀ। ਇਹ ਕਹਾਣੀ ਰੋਮੀਓ ਦੀ ਪੱਤਰੀ ਦੇ 2 ਅਧਿਆਏ ਵਿੱਚ
ਪਾਲੂਸ ਦੁਆਰਾ ਵਰਣਨ ਹੈ, ਅੰਨ੍ਹੇਪਣ ਨੂੰ ਦਰਸਾਉਂਦੀ ਹੈ। ਅਸੀਂ ਆਪਣੇ ਆਪ ਨੂੰ ਇੱਕ ਇਹੋ ਜਿਹੇ ਧਾਰਮਿਕਤਾ ਨੂੰ ਪਹਿਨਿਆ ਹੋਇਆ ਹੋਵੇ ਕਲਪਨਾ ਕਰਦੇ ਹਨ, ਸਾਡੇ ਕੋਲ ਨਹੀਂ ਪਾਈ ਜਾਂਦੀ। ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਸਾਡੀ ਵਿਰਾਸਤ ਸਾਨੂੰ ਸੁਰੱਖਿਅਤ ਬਣਾਉਂਦੀ ਹੈ। ਅਸੀਂ ਅਸਲ ਵਿੱਚ ਆਪਣੇ ਆਪ ਨੂੰ ਪਰਮੇਸ਼ਵਰ ਲਈ ਸਿੱਖਿਆ ਦੇਣ ਵਾਲੇ ਅਤੇ ਆਗੂਆਂ ਵਜੋਂ ਸਮਝਦੇ ਹਾਂ। ਫਿਰ ਵੀ ਜਿਵੇਂ ਕਿ ਪਾਲੂਸ ਨੇ ਉਹਨਾਂ ਨੂੰ ਇਸ ਖੱਤ ਵਿੱਚ ਸੰਬੋਧਿਤ ਕੀਤਾ ਸੀ, ਉਸ ਨੇ ਸੱਚਮੁੱਚ ਉਹਨਾਂ ਨੂੰ ਬੇਪਰਦਾ ਕੀਤਾ ਸੀ। ਉਸ ਨੇ ਉਹਨਾਂ ਦੀ ਪਖੰਡੀ ਜਿੱਦ ਨੂੰ ਬੇਪਰਦਾ ਕੀਤਾ ਸੀ ਅਤੇ ਪਰਮੇਸ਼ਰ ਦੇ ਸਨਮੁਖ ਉਹਨਾਂ ਦੇ ਨੰਗੇਪਨ ਨੂੰ ਉਹਨਾਂ ਨੂੰ ਵਿਖਾਇਆ ਸੀ। ਅਤੇ ਪਰਮੇਸ਼ਰ ਦੀ ਬਾਣੀ ਦਾ ਉਦੇਸ਼ ਇਹੋ ਹੀ ਹੈ ਕਿ ਅਸੀਂ ਜਿਸ ਤਰ੍ਹਾਂ ਦੇ ਹਾਂ ਉਸੇ ਤਰ੍ਹਾਂ ਆਪਣੇ ਆਪ ਨੂੰ ਸਮਝੀ ਲਈਏ। ਇਹ ਇੱਕ ਸ਼ੀਸ਼ਾ ਹੈ ਜੋ ਸਾਨੂੰ ਇਹ ਵਿਖਾਉਣ ਲਈ ਹੈ ਕਿ ਅਸੀਂ ਕੌਣ ਹਾਂ। ਇਹ ਸਾਡੀ ਇਸ ਵਿੱਚ ਮਦਦ ਕਰਨ ਲਈ ਕਿ ਅਸੀਂ ਆਪਣੇ ਆਪ ਨੂੰ ਉਸੇ ਤਰ੍ਹਾਂ ਤੱਕੀਏ ਜਿਵੇਂ ਪਰਮੇਸ਼ਰ ਸਾਨੂੰ ਤੱਕਦਾ ਹੈ। ਜਦੋਂ ਅਸੀਂ ਸੱਚਮੁੱਚ ਆਪਣੇ ਆਪ ਨੂੰ ਪਰਮੇਸ਼ਰ ਦੇ ਸਨਮੁਖ ਨੰਗਿਆ ਵਜੋਂ ਵੇਖਦੇ ਹਾਂ, ਤਦ ਅਸੀਂ ਸੱਚਮੁੱਚ ਪਰਮੇਸ਼ਰ ਦੀ ਕਿਰਪਾ ਵਜੋਂ ਵੇਖਦੇ ਹਾਂ। ਤਦ ਅਸੀਂ ਸੱਚਮੁੱਚ ਪਰਮੇਸ਼ਰ ਦੀ ਕਿਰਪਾ ਅਤੇ ਮਾਫੀ ਦੇ ਉਮੀਦਵਾਰ ਪਾਤਰੀ ਬਣ ਜਾਂਦੇ ਹਾਂ। ਫਿਰ ਅਸੀਂ ਆਪਣੇ ਪਾਪਾਂ ਲਈ ਉਸ ਦੀ ਕਿਰਪਾ ਦੇ ਬਸਤਰ ਦੀ ਭਾਲ ਕਰ ਸਕਦੇ ਹਾਂ। ਪਰਮੇਸ਼ਰ ਦੀ ਕਿਰਪਾ ਸਾਨੂੰ ਨਹੀਂ ਢੱਕ ਸਕਦੀ ਜਦੋਂ ਅਸੀਂ ਇੱਧਰ ਉੱਧਰ ਘੁੰਮਦੇ ਹੋਏ ਆਪਣੇ ਆਪ ਨੂੰ ਭਰੋਸੇ ਦਿਲਾਉਂਦੇ ਹੋਈਏ ਕਿ ਅਸੀਂ ਆਪਣੀ ਖੁਦ ਦੀ ਧਾਰਮਿਕਤਾ ਨਾਲ ਢੱਕੇ ਹੋਏ ਹਾਂ, ਜੋ ਕਿ ਹੋਦ ਨਹੀਂ ਹੈ। ਕੀ ਆਪ ਨੇ ਇਸ ਨੂੰ ਸਮਝ ਲਿਆ ਹੈ? ਇਹ ਇੱਕ ਹੈਰਾਨ ਕੁਨ ਕਰਨ ਵਾਲੀ ਸੱਚਾਈ ਹੈ ਕਿ ਇਹ ਨਹੀਂ ਹੋ ਸਕਦਾ। ਅਤੇ ਜੌਨ ਨਿਊਟਨ ਵਰਗਾ ਸਾਨੂੰ ਆਪਣੇ ਜੀਵਨਾਂ ਵਿੱਚ ਪਿੱਛੇ ਝਾਤੀ ਮਾਰਨੀ ਪੈਣੀ ਹੈ ਅਤੇ ਨਿਸ਼ਚਿੰਤਤਾ ਨਾਲ ਇਹ ਆਖਣਾ ਪੈਣਾ ਹੈ, ਇੱਕ ਸਮੇਂ ਮੈਂ ਅੰਨਾ ਸੀ ਪਰ ਹੁਣ ਮੈਂ ਵੇਖਦਾ ਹਾਂ। ਮੈਂ ਉਸੇ ਤਰ੍ਹਾਂ ਤੱਕਦਾ ਹਾਂ ਜਿਸ ਤਰ੍ਹਾਂ ਪਰਮੇਸ਼ਰ ਤੱਕਦਾ ਹੈ। ਮੈਂ ਉਸੇ ਦੀ ਕਿਰਪਾ ਦੀ ਪੋਸ਼ਾਕ ਨਾਲ ਢੱਕਿਆ ਗਿਆ ਹਾਂ ਅਤੇ ਫਿਰ ਹੀ ਮੈਂ ਆਪਣਾ ਜੀਵਨ ਆਨੰਦ ਅਤੇ ਨਿਸ਼ਚਿੰਤਤਾ ਨਾਲ ਜਿਉਣ ਲਈ ਅੱਗੇ ਵੱਧਦਾ ਜਾ ਸਕਦਾ ਹਾਂ। ਆਮੀਨ। ਸਰੋਤਾ ਦੋਸਤੋ, ਅੱਜ ਦੇ ਦਿਸ਼ਾ ਪਰਿਵਰਤਨ ਪ੍ਰੋਗਰਾਮ 'ਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਜਿਸ ਤਰ੍ਹਾਂ ਮੈਂ ਆਪ ਨੂੰ ਦੱਸਿਆ ਹੈ ਕਿ ਅੱਜ ਅਸੀਂ ਰੋਮੀਓ ਦੀ ਪੱਤਰੀ 5 ਅਧਿਆਇ 1 ਵਚਨ ਤੋਂ ਲੈ ਕੇ 11 ਐਤਾਂ ਵਿੱਚ ਕਿਰਪਾ ਦੇ ਦਿਲਚਸਪਪੂਰਨ ਇੰਤਜ਼ਾਮ ਬਾਰੇ ਗੌਰ ਕਰਾਂਗੇ। ਅਸੀਂ ਪਰਮੇਸ਼ਰ ਦੀ ਕਿਰਪਾ ਦੇ ਵਿਸ਼ੇ ਬਾਰੇ ਅਧਿਐਨ ਕਰਦੇ ਆ ਰਹੇ ਹਾਂ। ਅਸੀਂ ਪਰਮੇਸ਼ਰ ਦੀ ਕਿਰਪਾ ਬਾਰੇ ਜੌਨ ਨਿਊਟਨ ਦੇ ਨਜ਼ਰੀਏ ਤੋਂ ਗੌਰ ਕਰਦੇ ਆ ਰਹੇ ਹਾਂ, ਜਿਸ ਨੇ ਅਮੇਜ਼ਿੰਗ ਗ੍ਰੇਸ ਦਾ ਨਾਂ ਭਜਨ ਲਿਖਿਆ ਸੀ। ਅਤੇ ਬਾਈਬਲ ਦੇ ਨਵੇਂ ਨੇਮ ਦਾ ਜ਼ਿਆਦਾਤਰ ਭਾਗ ਲਿਖਣ ਵਾਲੇ ਪਾਲੂਸ ਰਸੂਲ ਦੀਆਂ ਲਿਖਤਾਂ ਰਾਹੀਂ ਅਸੀਂ ਇਸ ਅਮੇਜ਼ਿੰਗ ਗ੍ਰੇਸ ਦੇ ਨਾਂ ਦਾ ਭਜਨ ਦੀ ਹਰੇਕ ਲਾਈਨ ਦੀ ਵਰਤੋਂ ਪਰਮੇਸ਼ਰ ਦੀ ਕਿਰਪਾ ਇੱਕ ਪੱਖ ਦੇ ਅੰਦਰ ਜਾਣ ਦੇ ਦਰਵਾਜ਼ੇ ਵਜੋਂ ਕਰ ਰਹੇ ਹਾਂ। ਅੱਜ ਅਸੀਂ ਇਸ ਸਭ ਦੇ ਦੂਸਰੇ ਭਾਗ ਵਜੋਂ ਸ਼ੁਰੂਆਤ ਕਰਦੇ ਹੋਏ ਇਸ ਬਾਰੇ ਗੱਲਬਾਤ ਕਰਾਂਗੇ ਕਿ ਪਰਮੇਸ਼ਰ ਦੀ ਕਿਰਪਾ ਸਾਡੇ ਉੱਤੇ ਕਿਵੇਂ ਅਸਰ ਪਾਉਂਦੀ ਹੈ, ਬੀਤੇ ਹੋਏ ਸਮੇਂ ਹੀ ਨਹੀਂ ਬਲਕਿ ਵਰਤਮਾਨ ਵਿੱਚ ਵੀ। ਅਤੇ ਜੋ ਲਾਈਨਾਂ ਅਸੀਂ ਜੌਨ ਨਿਊਟਨ ਦੇ ਭਜਨ ਵਿੱਚ ਲੈ ਰਹੇ ਹਾਂ ਉਹ ਇਹ ਹੈ ਕਿ ਅਸੀਂ ਉਹਦੇ ਅਨੁਗ੍ਰਹਿ ਵਿੱਚ ਡਰਨਾ ਸਿੱਖਦੇ ਹਾਂ। ਭਾਵ ਪਰਮੇਸ਼ਰ ਦੀ ਕਿਰਪਾ ਇਹ ਹੈ ਜਿਸ ਨੇ ਮੈਨੂੰ ਡਰਨਾ ਸਿਖਾਇਆ ਸੀ ਅਤੇ ਇਸ ਕਿਰਪਾ ਨੇ ਮੇਰੇ ਡਰ ਨੂੰ ਦੂਰ ਕੀਤਾ ਸੀ। ਇਸ ਨਾਲ ਸੰਬੰਧਿਤ ਅੱਜ ਲਈ ਬਾਈਬਲ ਬਾਣੀ ਦਾ ਭਾਗ ਰੋਮੀਓ 5 ਅਧਿਆਇ 1 ਤੋਂ ਲੈ ਕੇ 11 ਹੈ। ਮੈਂ ਇੱਕ ਸਭ ਤੋਂ ਵੱਧ ਯਾਦ ਰੱਖਣ ਯੋਗ ਪਰਮੇਸ਼ਰ ਦਾ ਸੰਦੇਸ਼ ਡਾਕਟਰ E.B. ਹਿਲ ਦੇ ਨਾਂ ਦੇ ਪ੍ਰਸਿੱਧ ਪ੍ਰਚਾਰਕ ਦੁਆਰਾ ਸੁਣਿਆ ਸੀ ਅਤੇ ਉਸ ਸੰਦੇਸ਼ ਦਾ ਸਿਰਲੇਖ ਇਹ ਸੀ ਕਿ ਜੇਕਰ ਆਪ ਕੋਲ ਯਿਸੂ ਹੈ ਤਦ ਆਪ ਕੋਲ ਕੀ ਕੁਝ ਹੈ। ਇਸ ਸੰਦੇਸ਼ ਵਿੱਚ ਉਹ ਅਸਲੀਅਤ ਬਾਰੇ ਗੱਲ ਕਰ ਰਿਹਾ ਸੀ। ਇੱਕ ਚੀਜ਼ ਜੋ ਆਪ ਕੋਲ ਹੁੰਦੀ ਹੈ ਜਦੋਂ ਆਪ ਕੋਲ ਯਿਸੂ ਹੋਵੇ ਉਹ ਇਹ ਹੈ ਕਿ ਅਕਸਰ ਕਈ ਵਾਰ ਯਿਸੂ ਤੁਹਾਡੇ ਲਈ ਕਈ ਕੰਮ ਇਹੋ ਜਿਹਾ ਕਰਦਾ ਹੈ ਜੋ ਉਸ ਦੇ ਦਿਲ ਦੀ ਮਹਾਨ ਭਲਾਈ ਕਰਕੇ ਹੁੰਦੇ ਹਨ। ਇਸ ਦੀ ਤਾਂ ਕਦੇ-ਕਦੇ ਕੋਈ ਤੁਕ ਵੀ ਨਹੀਂ ਬਣਦੀ ਹੁੰਦੀ ਕਿ ਉਹ ਆਪ ਨੂੰ ਇਹ ਦੇਵੇਗਾ। ਉਹ ਤਾਂ ਬਸ ਆਪ ਨੂੰ ਇਹ ਬਖਸ਼ ਹੀ ਦਿੰਦਾ ਹੈ। ਉਸ ਦੇ ਕਹਿਣ ਦਾ ਮੁੱਖ ਭਾਵ ਇਹ ਸੀ ਕਿ ਪਰਮੇਸ਼ਰ ਇੱਕ ਕਿਰਪਾਲੂ ਪਰਮੇਸ਼ਰ ਹੈ ਅਤੇ ਆਪਣੀ ਕਿਰਪਾ ਦੇ ਕਰਕੇ ਉਹ ਆਪਣੇ ਲੋਕਾਂ ਨੂੰ ਬਰਕਤ ਦੇਣਾ ਪਸੰਦ ਕਰਦਾ ਹੈ। ਆਮੀਨ। ਅਤੇ ਅਸੀਂ ਇਹ ਸਭ ਨੂੰ ਪ੍ਰਾਪਤ ਕਰਨ ਵਾਲੇ ਹੁੰਦੇ ਹਾਂ ਅਤੇ ਕਦੇ-ਕਦੇ ਤਾਂ ਅਸੀਂ ਇਹ ਸਮਝਦੇ ਹੀ ਨਹੀਂ ਪਰਮੇਸ਼ਰ ਸਾਡੇ ਲਈ ਇਹ ਸਭ ਕੁਝ ਕਰਦਾ ਹੈ। ਇੱਕ ਮਸੀਹ ਹੁੰਦੇ ਹੋਇਆ ਆਪ ਆਪਣੇ ਉੱਤੇ ਪਿੱਛੇ ਝਾਤੀ ਮਾਰਦੇ ਹੋ ਅਤੇ ਕਦੇ-ਕਦੇ ਆਪ ਨੂੰ ਇਹ ਆਖਣਾ ਪੈਂਦਾ ਹੈ, ਹੇ ਪਰਮੇਸ਼ਰ ਮੈਂ ਹੀ ਕਿਉਂ, ਹੇ ਪਰਮੇਸ਼ਰ ਆਪ ਮੇਰੇ ਲਈ ਇਹ ਕਿਉਂ ਕਰੋਗੇ। ਸੱਚਮੁੱਚ ਜੌਨ ਨਿਊਟਨ ਦੇ ਦਿਲ ਦੇ ਵਤੀਰੇ ਇਹੋ ਹੀ ਸੀ। ਇੱਕ ਸਮੇਂ ਜਦੋਂ ਉਹ ਮਸੀਹ ਬਣਨ ਬਾਰੇ ਅੱਗੇ ਤੱਕ ਰਿਹਾ ਸੀ ਤਦ ਇੱਕ ਸਮੁੰਦਰੀ ਯਾਤਰਾ ਦੇ ਦੌਰਾਨ ਕਿਸੇ ਨੇ ਇਮੈਡੀਟੇਸ਼ਨ ਆਫ ਕ੍ਰਾਈਸਟ ਨਾਂ ਦੀ ਪੁਸਤਕ ਦਿੱਤੀ। ਇਸ ਪੁਸਤਕ ਵਿੱਚ ਉਹ ਸਭ ਦਰਸਾਇਆ ਗਿਆ ਸੀ ਜੋ ਪਰਮੇਸ਼ਰ ਤੁਹਾਡੇ ਲਈ ਕਰਨ ਦੀ ਖੁਆਇਸ਼ ਰੱਖਦਾ ਹੈ। ਇਸ ਪੁਸਤਕ ਨੂੰ ਪੜ੍ਹਨਾ ਖਤਮ ਕਰਨ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਇਹ ਸਵਾਲ ਕੀਤਾ ਕੀ ਹੋਵੇਗਾ ਜੇਕਰ ਇਸ ਪੁਸਤਕ ਦੀਆਂ ਗੱਲਾਂ ਸਭ ਪੂਰੀਆਂ ਹੋ ਜਾਣ। ਪਰ ਉਹ ਇਸ ਉੱਤੇ ਵਿਸ਼ਵਾਸ ਨਹੀਂ ਸੀ ਕਰ ਸਕਿਆ ਅਤੇ ਇਸ ਨੂੰ ਕਬੂਲ ਨਹੀਂ ਸੀ ਕਰ ਰਿਹਾ
ਇਸ ਕਰਕੇ ਉਸ ਨੇ ਇਸ ਪੁਸਤਕ ਨੂੰ ਬੰਦ ਕਰਕੇ ਰੱਖ ਦਿੱਤਾ ਸੀ ਅਤੇ ਆਪਣੇ ਰਾਹ ਜਾਂਦਾ ਲੱਗਾ। ਪਰ ਇਹ ਤਾਂ ਪਰਮੇਸ਼ਰ ਵੱਲੋਂ ਕਿਰਪਾ ਲਈ ਉਸ ਦੇ ਦਿਲ ਨੂੰ ਖੋਲ੍ਹਣ ਦੀ ਸ਼ੁਰੂਆਤ ਸੀ, ਜੋ ਅੰਤ ਵਿੱਚ ਉਸ ਦੇ ਜੀਵਨ ਨੂੰ ਬਦਲ ਜਾ ਰਿਹਾ ਸੀ ਅਤੇ ਇਹੋ ਜਿਹਾ ਵਾਤਾਵਰਣ ਬਣਾਉਣ ਜਾ ਰਿਹਾ ਸੀ ਜਿੱਥੇ ਕਿ ਉਹ ਉਸ ਮਹਾਨ ਭਜਨ ਨੂੰ ਲਿਖੇ ਜਿਸ ਨੂੰ ਅਸੀਂ ਸਾਰੇ ਪਸੰਦ ਕਰਦੇ ਹਾਂ। ਬਾਅਦ ਵਿੱਚ ਆਪਣੇ ਜੀਵਨ ਵਿੱਚ ਉਹ ਇਹ ਖੋਜਣ ਵਾਲਾ ਸੀ ਉਸ ਪੁਸਤਕ ਵਿੱਚ ਲਿਖੀਆਂ ਗੱਲਾਂ ਅਤੇ ਜੋ ਗੱਲਾਂ ਪੌਲੁਸ ਇਸ ਅਧਿਆਇ ਵਿੱਚ ਲਿਖੀਆਂ ਸਨ ਉਹ ਸੱਚ ਹੀ ਹਨ। ਮੈਂ ਤਾਂ ਬਸ ਆਪ ਨੂੰ ਇਹੋ ਹੀ ਦੱਸਣਾ ਪਸੰਦ ਕਰਦਾ ਹਾਂ, ਜਦੋਂ ਮੈਂ ਆਪ ਨੂੰ ਵੇਖਦਾ ਹਾਂ ਕਿ ਪਰਮੇਸ਼ਰ ਤੁਹਾਨੂੰ ਪਿਆਰ ਕਰਦਾ ਹੈ, ਉਹ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਅਤੇ ਉਸ ਦੀ ਬਹੁਤ ਵੱਡੀ ਖੁਆਇਸ਼ ਹੈ ਕਿ ਉਹ ਆਪਣੀ ਕਿਰਪਾ ਦੇ ਦੁਆਰਾ ਆਪ ਨੂੰ ਆਸ਼ੀਸ਼ ਦੇਵੇ। ਠੀਕ ਇਸੇ ਤਰ੍ਹਾਂ ਪੌਲੁਸ ਇਸ ਸਭ ਦੀ ਤੁਲਨਾ ਆਪਣੀਆਂ ਲਿਖਤਾਂ ਵਿੱਚ ਕਰਨ ਜਾ ਰਿਹਾ ਹੈ ਅਤੇ ਉਹ ਕੁਝ ਚੀਜ਼ਾਂ ਦੀ ਇੱਕ ਸੂਚੀ ਸਾਡੇ ਲਈ ਤਿਆਰ ਕਰਕੇ ਪੇਸ਼ ਕਰਨ ਜਾ ਰਿਹਾ ਹੈ ਜੋ ਸਾਡੇ ਕੋਲ ਉਦੋਂ ਮੌਜੂਦ ਹੁੰਦੀਆਂ ਹਨ ਜਦੋਂ ਸਾਡੇ ਕੋਲ ਕਿਰਪਾ ਹੋਵੇ। ਇਹਨਾਂ ਵਿੱਚੋਂ ਕਈ ਹਨ ਜਿਨ੍ਹਾਂ ਦਾ ਜ਼ਿਕਰ ਮੈਂ ਇਹਨਾਂ ਐਤਾਂ ਦਾ ਅਧਿਐਨ ਕਰਦਿਆਂ ਆ ਰਿਹਾ ਹਾਂ। ਉਹਨਾਂ ਵਿੱਚ ਪਹਿਲੀ ਗੱਲ ਇਹ ਹੈ ਕਿ ਜਦੋਂ ਪਰਮੇਸ਼ਰ ਦੀ ਕਿਰਪਾ ਸਾਡੇ ਉੱਤੇ ਹੋਵੇ ਤਦ ਸਾਡੇ ਸਬਰ ਲਈ ਇੱਕ ਨਵੀਂ ਸ਼ਾਂਤੀ ਸਾਡੇ ਕੋਲ ਹੁੰਦੀ ਹੈ। ਰੋਮੀਓ 5:1 ਦੇ ਵਚਨ, ਸੋ ਜਦੋਂ ਅਸੀਂ ਨੇਚਾ ਨਾਲ ਧਰਮੀ ਠਹਿਰਾਏਗਾ ਹਾਂ ਤਾਂ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਵੱਲੋਂ ਸ਼ਾਂਤੀ ਰੱਖੀਏ। ਇਸ ਦਾ ਕੀ ਅਰਥ ਹੁੰਦਾ ਹੈ? ਇਸ ਦਾ ਅਰਥ ਹੁੰਦਾ ਹੈ ਕਿ ਜਦੋਂ ਅਸੀਂ ਪਰਮੇਸ਼ਰ ਦੀ ਕਿਰਪਾ ਨੂੰ ਪ੍ਰਾਪਤ ਕਰਦੇ ਹਾਂ ਅਤੇ ਅਸੀਂ ਮਸੀਹੀ ਹੋ ਜਾਂਦੇ ਹਾਂ ਤਦ ਇਹ ਇੱਕ ਯੁੱਧ ਦਾ ਅੰਤ ਹੁੰਦਾ ਹੈ। ਵੈਰ ਵਿਰੋਧ ਜਾਂਦਾ ਲੱਗਦਾ ਹੈ ਕਿ ਆਪ ਜਾਣਦੇ ਹੋ ਕਿ ਮਸੀਹੀ ਹੋਣ ਤੋਂ ਪਹਿਲਾਂ ਅਸੀਂ ਪਰਮੇਸ਼ਰ ਦੇ ਵੈਰੀ ਹੁੰਦੇ ਹਾਂ। ਅਸੀਂ ਅਸਲ ਵਿੱਚ ਇਸ ਨੂੰ ਕਦੇ ਵੀ ਸਮਝਦੇ ਨਹੀਂ। ਹੋ ਸਕਦਾ ਹੈ ਕਿ ਅਸੀਂ ਖਾਮੋਸ਼ ਬੈਰੀ ਹੋਈਏ, ਪਰ ਬੈਰੀ ਅਸੀਂ ਹਾਂ। ਕਈ ਤਰ੍ਹਾਂ ਨਾਲ ਅਸੀਂ ਇਹ ਆਖਦੇ ਹਾਂ ਕਿ ਅਸੀਂ ਇਹੋ ਜਿਹੇ ਪਰਮੇਸ਼ਰ ਨੂੰ ਨਹੀਂ ਚਾਹੁੰਦੇ ਕਿ ਉਹ ਸਾਡੇ ਉੱਤੇ ਰਾਜ ਕਰੇ। ਅਸੀਂ ਉਸ ਦੇ ਅਖਤਿਆਰ ਅੱਗੇ ਅਧੀਨ ਨਹੀਂ ਹੁੰਦੇ ਅਤੇ ਅਸੀਂ ਇਸ ਵਿਰੋਧ ਨੂੰ ਆਪਣੇ ਦਿਲ ਦੇ ਅੰਦਰ ਮਹਿਸੂਸ ਕਰਦੇ ਹਾਂ ਅਤੇ ਜਦੋਂ ਤੱਕ ਅਸੀਂ ਪਰਮੇਸ਼ਰ ਕੋਲ ਆ ਕੇ ਉਸ ਦੁਆਰਾ ਪ੍ਰਾਸ਼ਿਤ ਜਾਣ ਵਾਲੀ ਕਿਰਪਾ ਨੂੰ ਕਬੂਲ ਨਹੀਂ ਕਰ ਲੈਂਦੇ, ਇਹ ਦੁਸ਼ਮਣੀ ਜਾਰੀ ਰਹਿੰਦੀ ਹੈ। ਪਰ ਜਦੋਂ ਅਸੀਂ ਇਸ ਕਿਰਪਾ ਨੂੰ ਪ੍ਰਾਪਤ ਕਰ ਲੈਂਦੇ ਹਾਂ ਤਦ ਇਹ ਯੁੱਧ ਖਤਮ ਹੋ ਜਾਂਦਾ ਹੈ ਅਤੇ ਸਾਡਾ ਮੇਲ ਪਰਮੇਸ਼ਰ ਨਾਲ ਹੋ ਜਾਂਦਾ ਹੈ। ਸਾਡੇ ਵਿੱਚ ਅੱਜ ਕਿੰਨੇ ਕੁ ਪਰਮੇਸ਼ਰ ਨਾਲ ਮੇਲ ਕਰ ਚੁੱਕੇ ਹਨ? ਮੇਰਾ ਮੇਲ ਪਰਮੇਸ਼ਰ ਨਾਲ ਹੈ ਅਤੇ ਪਰਮੇਸ਼ਰ ਦਾ ਮੇਲ ਮੇਰੇ ਨਾਲ ਹੈ। ਸਭ ਤੋਂ ਵੱਧ ਆਪ ਵਿਆਖਿਆ ਵਿੱਚ ਇੱਕ ਜੋ ਅਸੀਂ ਲੋਕਾਂ ਦੇ ਉਹਦੇ ਸੁਣਦੇ ਹਾਂ ਜਦੋਂ ਉਹ ਪ੍ਰਭੂ ਨੂੰ ਕਬੂਲ ਕਰਦੇ ਹਨ ਅਤੇ ਅਸੀਂ ਇਹ ਅਕਸਰ ਬਪਤਿਸਮੇ ਦੇ ਸਮੇਂ ਸੁਣਦੇ ਹਾਂ ਅਤੇ ਇਹ ਹੈ, ਜਦੋਂ ਮੈਂ ਮਸੀਹ ਨੂੰ ਕਬੂਲ ਕੀਤਾ ਸੀ ਤਦ ਇਹ ਤਾਂ ਇਸ ਤਰ੍ਹਾਂ ਦੀ ਸੀ ਜਿਵੇਂ ਕਿ ਮੇਰੇ ਉੱਤੇ ਕੋਈ ਭਾਰ ਲੱਗ ਗਿਆ ਹੋਵੇ। ਇਹ ਕੀ ਹੈ? ਇਹ ਬੈਰ ਵਿਰੋਧ ਦਾ ਭਾਰ ਹੈ ਜੋ ਸਾਡੇ ਦਿਲਾਂ ਦੇ ਅੰਦਰ ਪਰਮੇਸ਼ਰ ਦਾ ਕਰਜ਼ ਪਰਮੇਸ਼ਰ ਦੇ ਤਰੀਕੇ ਨਾਲ ਕਰਨਾ ਅਤੇ ਉਸ ਦੀ ਯੋਜਨਾ ਨੂੰ ਕਬੂਲਣਾ ਹੈ। ਇਸ ਤਰ੍ਹਾਂ ਪਹਿਲੀ ਚੀਜ਼ ਜੋ ਆਪ ਨਾਲ ਉਦੋਂ ਵਾਪਰਦੀ ਹੈ ਜਦੋਂ ਆਪ ਪਰਮੇਸ਼ਰ ਦੀ ਕਿਰਪਾ ਨੂੰ ਕਬੂਲਦੇ ਹੋ, ਉਹ ਇਹ ਹੈ ਕਿ ਆਪ ਨਾਲ ਸ਼ਾਂਤੀ ਹੁੰਦੀ ਹੈ। ਕੁਲਸੀਆਂ ਦੀ ਪੱਤਰੀ 1:21-22 ਦੇ ਵਚਨ ਇਸ ਪ੍ਰਕਾਰ ਹਨ, ਅਤੇ ਤੁਹਾਨੂੰ ਜਿਹੜੇ ਅੱਗੇ ਅੱਡ ਹੋਏ ਅਤੇ ਆਪਣੇ ਕੁਕਰਮਾਂ ਦੇ ਕਾਰਨ ਮਨੋਬੈਰੀ ਸੋ, ਉਸ ਨੇ ਹੁਣ ਉਹਦੀ ਮਾਸ ਦੀ ਕਾਇਆ ਨਾਲ ਮੌਤ ਦੇ ਵਸੀਲੇ ਮਿਲਾ ਲਿਆ ਹੈ। ਹੁਣ ਅਸੀਂ ਆਪਣੇ ਹੱਥ ਉਸ ਵੱਲ ਉਸ ਦੀ ਕਿਰਪਾ ਨੂੰ ਪ੍ਰਾਪਤ ਕਰਨ ਲਈ ਫੈਲਾਏ ਹੋਏ ਹਨ। ਇਸ ਤਰ੍ਹਾਂ ਸਾਡੇ ਕੋਲ ਸ਼ਾਂਤੀ ਹੈ ਅਤੇ ਕੀ ਆਪ ਜਾਣਦੇ ਹੋ ਕਿ ਇਹ ਕੀ ਹੈ? ਇਹ ਸ਼ਾਂਤੀ ਜੋ ਮੇਲ ਜੋ ਅਸੀਂ ਪਰਮੇਸ਼ਰ ਨਾਲ ਰੱਖਦੇ ਹਾਂ, ਉਹ ਅਧਿਕਾਰ ਉਸ ਸ਼ਾਂਤੀ ਵਿੱਚ ਬਦਲ ਜਾਂਦਾ ਹੈ ਜੋ ਪਰਮੇਸ਼ਰ ਦੀ ਸ਼ਾਂਤੀ ਸਾਡੇ ਕੋਲ ਹੈ। ਕੀ ਆਪ ਜਾਣਦੇ ਹੋ ਕਿ ਇੱਕ ਸ਼ਾਂਤੀ ਪਰਮੇਸ਼ਰ ਦੇ ਨਾਲ ਅਤੇ ਇੱਕ ਸ਼ਾਂਤੀ ਪਰਮੇਸ਼ਰ ਦੀ ਹੈ? ਪਰਮੇਸ਼ਰ ਦੀ ਸ਼ਾਂਤੀ ਇਹ ਮਹਿਸੂਸ ਕਰਨਾ ਹੈ ਜੋ ਸਾਡੇ ਅੰਦਰ ਕੀ ਸਭ ਕੁਝ ਠੀਕ ਠਾਕ ਹੈ। ਪੌਲੁਸ ਇਸ ਦਾ ਜ਼ਿਕਰ ਫਿਲਿੱਪੀਆਂ ਦੀ ਪੱਤਰੀ ਦੇ 4 ਅਧਿਆਇ ਵਿੱਚ ਉਸ ਸ਼ਾਂਤੀ ਵਜੋਂ ਕਰਦਾ ਹੈ ਜੋ ਸਮਝ ਤੋਂ ਪਰੇ ਹੈ। ਫਿਲਿੱਪੀਆਂ ਦੀ ਪੱਤਰੀ 4:6-7 ਵਚਨ ਇਹ ਹਨ ਕਿ ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ, ਪ੍ਰਾਰਥਨਾਵਾਂ ਅਤੇ ਬੇਨਤੀਆਂ ਨਾਲ ਧੰਨਵਾਦ ਸਣੇ ਪਰਮੇਸ਼ਰ ਅੱਗੇ ਕੀਤੀਆਂ ਜਾਣ, ਅਤੇ ਪਰਮੇਸ਼ਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੇ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ। ਮਸੀਹ ਨੂੰ ਤੋਂ ਬਿਨਾਂ ਅਸੀਂ ਸ਼ਾਂਤੀ ਨੂੰ ਨਹੀਂ ਸਮਝ ਸਕਦੇ। ਇਸ ਜਗਤ ਵਿੱਚ ਲੋਕ ਵੱਖ-ਵੱਖ ਘਟਨਾਵਾਂ ਦਾ ਸਾਹਮਣਾ ਕਰਦੇ ਜੀਵਨ ਜਿਉਂਦੇ ਹਨ, ਪਰ ਫਿਰ ਵੀ ਇਹ ਸ਼ਾਂਤੀ ਉਹਨਾਂ ਦੇ ਜੀਵਨ ਵਿੱਚ ਪਾਈ ਜਾਂਦੀ ਹੈ। ਇਹ ਸਭ ਨਹੀਂ ਸਮਝਦੇ ਕਿ ਜਿਸ ਤਰ੍ਹਾਂ ਦੇ ਆਪ ਉਸ ਤਰ੍ਹਾਂ ਕਿਵੇਂ ਹੋ ਸਕਦਾ ਹੈ, ਜਦੋਂ ਕਿ ਇਹ ਸਭ ਕੁਝ ਆਪਦੇ ਜੀਵਨ ਅੰਦਰ ਵਾਪਰਦਾ ਜਾ ਰਿਹਾ ਹੈ। ਇਹ ਤਾਂ ਪਰਮੇਸ਼ਰ ਦੀ ਸ਼ਾਂਤੀ ਹੈ ਜੋ ਪਰਮੇਸ਼ਰ ਦੇ ਨਾਲ ਮੇਲ ਦਾ ਨਤੀਜਾ ਹੈ। ਸੋ ਦਰਸ਼ਕੋ, ਅਸੀਂ ਦਿਸ਼ਾ ਪਰਿਵਰਤਨ ਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਰੋਮੀਆਂ ਦੀ ਪੱਤਰੀ
ਉਸ ਦੇ ਪਹਿਲੇ ਅਧਿਆਇ ਦੀ 1 ਆਇਤ ਤੋਂ ਲੈ ਕੇ 11 ਆਇਤ ਦੇ ਵਚਨਾਂ ਵਿੱਚੋਂ ਅਧਿਐਨ ਕਰ ਰਹੇ ਸੀ। ਇਸ ਦੇ ਵਿੱਚ ਅਸੀਂ ਪਰਮੇਸ਼ਵਰ ਦੀ ਕਿਰਪਾ ਦੇ ਇੰਤਜ਼ਾਮ ਨੂੰ ਦੇਖਿਆ। ਅਸੀਂ ਵੇਖਿਆ ਕਿ ਕਿਰਪਾ ਸਾਡੇ ਜੀਵਨਾਂ ਦੇ ਉੱਤੇ ਕਿਵੇਂ ਅਸਰ ਪਾਉਂਦੀ ਹੈ। ਇਹ ਨਾ ਸਿਰਫ ਸਾਡੇ ਬੀਤੇ ਹੋਏ ਜੀਵਨ ਦੇ ਉੱਤੇ ਅਸਰ ਪਾਉਂਦੀ ਹੈ, ਸਗੋਂ ਸਾਡੇ ਵਰਤਮਾਨ ਜੀਵਨ ਵਿੱਚ ਵੀ, ਭਾਵੇਂ ਅਸੀਂ ਕਿਹੋ ਜਿਹੀ ਵੀ ਪਰਿਸਥਿਤੀ ਵਿੱਚੋਂ ਕਿਉਂ ਨਾ ਗੁਜ਼ਰ ਰਹੇ ਹੋਈਏ, ਅਸਰ ਪਾਉਂਦੀ ਹੈ। ਦੋਸਤੋ, ਅਸੀਂ ਕਿਰਪਾ ਦੇ ਬਾਰੇ ਅਧਿਐਨ ਕਰਦੇ ਹੋਏ ਕਈ ਗੱਲਾਂ ਬਾਰੇ ਜਾਣਕਾਰੀ ਹਾਸਿਲ ਕੀਤੀ, ਜਿਵੇਂ ਕਿ ਪਰਮੇਸ਼ਵਰ ਦੀ ਕਿਰਪਾ ਸਾਡੇ ਜੀਵਨ ਦੇ ਵਿੱਚ ਇੱਕ ਨਵੀਂ ਸ਼ਾਂਤੀ ਲੈ ਕੇ ਆਉਂਦੀ ਹੈ। ਪਰਮੇਸ਼ਵਰ ਦੀ ਕਿਰਪਾ ਕਰਕੇ ਹੀ ਅਸੀਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਉੱਤੇ, ਜੋ ਕਿ ਸਾਡਾ ਮੁਕਤੀਦਾਤਾ ਹੈ, ਅਭਿਮਾਨ ਕਰ ਸਕਦੇ ਹਾਂ। ਸਾਨੂੰ ਕਿਰਪਾ ਦਾ ਪਹਿਲਾ ਪੜਾਅ ਧੀਰਜ ਤੋਂ ਦ੍ਰਿੜਤਾ ਵੱਲ ਲੈ ਕੇ ਜਾਂਦਾ ਹੈ ਅਤੇ ਦੂਜਾ ਪੜਾਅ ਸਾਨੂੰ ਆਸ ਵੱਲ ਲੈ ਕੇ ਜਾਂਦਾ ਹੈ। ਇਸ ਲਈ ਸਾਨੂੰ ਆਪਣੇ ਜੀਵਨ ਦੇ ਵਿੱਚ ਆਉਣ ਵਾਲੀ ਸਾਰੀ ਸਮੱਸਿਆ ਤੋਂ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਪ੍ਰਭੂ ਪਰਮੇਸ਼ਵਰ ਸਾਡੇ ਨਾਲ ਹੈ ਅਤੇ ਉਸਨੇ ਆਪਣੀ ਕਿਰਪਾ ਦੁਆਰਾ ਸਾਨੂੰ ਬਚਾ ਲਿਆ। ਉਸ ਦੀ ਕਿਰਪਾ ਸਾਨੂੰ ਸੰਭਾਲਦੀ ਹੈ। ਉਸ ਦੀ ਕਿਰਪਾ ਦੇ ਵਿੱਚ ਖੁਸ਼ੀ ਅਤੇ ਆਨੰਦ ਪਾਇਆ ਜਾਂਦਾ ਹੈ। ਪਰਮੇਸ਼ਵਰ ਦੀ ਕਿਰਪਾ ਦੇ ਲਈ ਉਸ ਦੀ ਵਡਿਆਈ ਹੋਵੇ। ਆਓ ਆਪਾਂ ਪ੍ਰਾਰਥਨਾ ਕਰਦੇ ਹਾਂ। ਸਾਡੇ ਦਿਆਲੂ ਅਤੇ ਕਿਰਪਾਲੂ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਇੱਕ ਵਾਰ ਫੇਰ ਤੋਂ ਕਿ ਤੁਸੀਂ ਸਾਨੂੰ ਆਪਣੀ ਬਰਕਤ ਦਿੱਤੀ, ਆਪਣੀ ਕਿਰਪਾ ਦਿੱਤੀ ਔਰ ਅੱਜ ਦੇ ਅਧਿਐਨ ਦੇ ਵਿੱਚ ਤੁਸੀਂ ਸਾਡੀ ਮਦਦ ਕੀਤੀ ਪਿਤਾ। ਅੱਜ ਅਸੀਂ ਕਿਰਪਾ ਦੇ ਬਾਰੇ ਜਾਣਦੇ ਹੋਏ ਇਹ ਜਾਣਿਆ ਕਿ ਕਿਰਪਾ ਅਦਭੁਤ ਚੀਜ਼ ਹੈ ਔਰ ਜਿਹਨੂੰ ਕਿਸੇ ਨੂੰ ਵੀ ਮਿਲਦੀ ਹੈ ਉਸ ਦੇ ਜੀਵਨ ਦੇ ਹਰ ਪਹਿਲੂ ਨੂੰ ਛੂ ਲੈਂਦੀ ਹੈ ਪਿਤਾ। ਉਸ ਦੇ ਜੀਵਨ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰਦੀ ਹੈ ਪ੍ਰਭੂ, ਭਾਵੇਂ ਉਹ ਖੇਤਰ ਉਹਦਾ ਪੁਰਾਣੇ ਸਮੇਂ ਦਾ ਹੋਏ, ਭਾਵੇਂ ਵਰਤਮਾਨ ਦਾ ਜਾਂ ਫਿਰ ਆਉਣ ਵਾਲੇ ਸਮੇਂ ਦਾ। ਪ੍ਰਭੂ ਜੀ, ਤੁਹਾਡੀ ਕਿਰਪਾ ਸਾਨੂੰ ਸਾਰਿਆਂ ਨੂੰ ਹਰ ਸਮੇਂ ਵਿੱਚ ਬਰਕਤ ਦਿੰਦੀ ਆ। ਪਰਮੇਸ਼ਰ ਪਿਤਾ, ਮੈਂ ਤੁਹਾਡੀ ਕਿਰਪਾ ਲਈ ਤੁਹਾਡਾ ਧੰਨਵਾਦ ਕਰਦਾ ਤੇ ਸਾਡੇ ਜਿੰਨੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ ਪਿਤਾ, ਉਹਨਾਂ ਸਾਰਿਆਂ ਦੇ ਉੱਤੇ ਤੁਹਾਡੀ ਕਿਰਪਾ ਹੋਏ ਔਰ ਜੋ ਵੀ ਜਿਸ ਵੀ ਪੜਾਅ ਤੋਂ ਗੁਜ਼ਰ ਰਿਹਾ ਪਿਤਾ, ਉਹਨਾਂ ਨੂੰ ਆਪਣੀ ਦ੍ਰਿੜਤਾ ਅਤੇ ਆਪਣੀ ਆਸ ਪ੍ਰਦਾਨ ਕਰੋ। ਯਿਸੂ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਦੋਸਤੋ, ਹੁਣ ਸਾਨੂੰ ਇਜਾਜ਼ਤ ਦਿਓ। ਅਸੀਂ ਆਪਣੇ ਪ੍ਰੋਗਰਾਮ ਨੂੰ ਹੁਣ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ 'ਚ ਫੇਰ ਮਿਲਾਂਗੇ। ਤਦ ਤੱਕ ਦੇ ਲਈ ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।